ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੇ ਹੁਕਮ ਦੇ ਅਨੁਸਾਰ ਆਪਾਂ ਅੱਜ ਸਾਡੇ ਸਭ ਤੋਂ ਪਹਿਲੇ ਅੰਕਾਂ ਵਿੱਚ ਦਰਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਪਹਿਲੇ ਅੰਕਾਂ ਦੇ ਵਿੱਚ ਦਰਜ ਜਪ ਦੀ ਵਿਚਾਰ ਕਰਨੀ ਆਰੰਭ ਕਰਾਂਗੇ। ਆਪਾਂ ਤਕਰੀਬਨ 1.5 ਸਾਲ ਤੋਂ ਲਗਾਤਾਰ ਹਰ ਐਤਵਾਰ ਆਪਾਂ ਇਹ ਵਿਚਾਰ ਕਰਦੇ ਆ ਰਹੇ ਹਾਂ ਗੁਰਬਾਣੀ ਦੇ ਉੱਤੇ, ਜਿਹਦੇ ਵਿੱਚ ਅਸੀਂ ਰੀਸੈਂਟਲੀ ਸਿੱਧ ਗੋਸ਼ਟ, ਸੋਹਿਲਾ ਔਰ ਬੇਅੰਤ ਸ਼ਬਦ ਅਸੀਂ ਵਿਚਾਰੇ ਨੇ। ਔਰ ਇਹਨਾਂ ਸ਼ਬਦਾਂ ਦੀ ਵਿਚਾਰ ਤੋਂ ਬਾਅਦ ਮੇਰਾ ਖਿਆਲ ਹੈ ਵੀ ਆਪਾਂ ਸਾਰਿਆਂ ਨੂੰ ਹੀ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਿਆ, ਨਵਾਂ ਕੁਛ ਐਕਸਪੀਰੀਅੰਸ ਕਰਨ ਨੂੰ ਮਿਲਿਆ। ਇਸੇ ਤਰ੍ਹਾਂ ਹੀ ਆਪਾਂ ਇਹ ਅਕਾਲ ਪੁਰਖ ਦਾ ਹੁਕਮ ਜੋ ਬਾਬੇ ਨਾਨਕ ਨੂੰ ਆਇਆ, ਆਪਾਂ ਰਲ ਮਿਲ ਕੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਅੱਜ ਵਿਚਾਰ ਸ਼ੁਰੂ ਕਰਾਂਗੇ। ਪਰ ਯਕੀਨ ਜਾਣਿਓ ਵੀ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਥੋੜ੍ਹਾ ਰੁਕ ਜਾਂਦੇ, ਪਰ ਸੰਗਤ ਦਾ ਹੁਕਮ ਹੈ, ਮੈਂ ਵੀ ਟਾਲ ਨਹੀਂ ਸਕਿਆ। ਔਰ ਆਪਾਂ ਇਹ ਵਿਚਾਰ ਅੱਜ ਆਰੰਭ ਕਰਾਂਗੇ। ਇਹਦੀ ਥੋੜ੍ਹੀ ਜਿਹੀ ਭੂਮਿਕਾ ਤੁਹਾਡੇ ਅੱਗੇ ਰੱਖ ਦਈਏ। ਜਪ ਬਾਣੀ ਬਾਰੇ ਬਹੁਤ ਵਿਦਵਾਨਾਂ ਨੇ ਖੋਜ ਕੀਤੀ ਹੈ। ਸਭ ਤੋਂ ਪਹਿਲੀ ਗੱਲ ਕਿ ਇਹਦਾ ਜੋ ਸਿਰਲੇਖ ਹੈ ਬਾਣੀ ਦਾ, ਇਹ ਨਾ ਸਮਝੋ ਕਿ ਸਿਰਫ ਇਸੇ ਬਾਣੀ ਦਾ ਸਿਰਲੇਖ ਹੈ। ਕਈ ਵਾਰੀ ਰਿਪੀਟ ਕੀਤਾ ਬਈ ਇਹ ਜਿਹੜਾ ਜਪ ਅੱਖਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ, 2 ਡੰਡੀਆਂ ਇੱਧਰ ਤੇ 2 ਡੰਡੀਆਂ ਇੱਧਰ, ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ। ਇਹ ਥੋੜ੍ਹਾ ਜਿਹਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਦ੍ਰਿਸ਼ਟੀਕੋਣ ਤੋਂ ਸਮਝਣਾ ਪਊਗਾ। ਔਰ ਇਹ ਦੇਖੋ ਕਿ ਅੱਗੇ ਜਿੰਨੀ ਵੀ ਬਾਣੀ ਆਈ ਹੈ ਅਖੀਰ ਤੱਕ, ਉਹ ਸਾਰੀ ਬਾਣੀ, ਸਾਰਾ ਗਿਆਨ ਸਾਨੂੰ ਇੱਕ ਸ਼ਬਦ ਦੇ ਜਪਣ ਵਾਲੇ ਪਾਸੇ ਲਾਉਂਦਾ ਹੈ। ਇੱਕ ਸ਼ਬਦ ਦੇ ਜਪਣ ਵਾਲੇ ਪਾਸੇ। ਔਰ ਉਹੀ ਇਸ ਹੈਡਿੰਗ ਦੇ ਵਿੱਚ ਹੁਕਮ ਹੈ।
ਇਹ ਬਿਲਕੁਲ ਸਹੀ ਸਰੂਪ ਲਿਖਿਆ। ਅੱਜ ਕੱਲ੍ਹ ਮੈਂ ਦੇਖਿਆ ਤੇ ਨਹੀਂ, ਪਰ ਜਿਸ ਤਰ੍ਹਾਂ ਮੈਨੂੰ ਸੰਗਤ ਦੇ ਮੈਂਬਰਾਂ ਨੇ ਦੱਸਿਆ ਕਿ ਆਹ ਜਿਹੜੀਆਂ ਡੰਡੀਆਂ ਗੁਰਪ੍ਰਸਾਦ ਦੇ ਬਾਅਦ ਪਾਈ ਹੈ, ਫੁੱਲ ਸਟਾਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਦੇ ਨਾਲ ਹੀ ਜਪ ਲਿਖ ਕੇ ਅੱਗੇ ਡੰਡੀ ਪਾ ਦਿੱਤੀ ਗਈ ਹੈ। ਸੋ ਇਹ ਇੱਕ ਭੁਲੇਖਾ ਪਾਊ ਚੀਜ਼ ਹੈ। ਅੱਜ ਤੋਂ ਨਹੀਂ, ਇਹ ਬਹੁਤ ਪਹਿਲਾਂ ਤੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ। ਪਰ ਧੰਨੋ ਗੁਰਸਿੱਖ ਨੇ ਜਿਨ੍ਹਾਂ ਨੇ ਪੁਰਾਤਨ ਸਰੂਪ ਸੰਭਾਲੇ ਨੇ, ਉਹਨਾਂ ਨੂੰ ਡਿਜੀਟਲਾਈਜ਼ ਕਰਕੇ ਰੱਖਿਆ। ਬ੍ਰਿਟਿਸ਼ ਜਿਹੜਾ ਮਿਊਜ਼ੀਅਮ ਹੈ ਉੱਥੇ ਲੰਡਨ, ਉੱਥੇ ਵੀ ਕਾਫੀ ਸਰੂਪ, ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਹੈ, ਉੱਥੇ ਕਾਫੀ ਸਾਰੇ ਸਰੂਪ ਜਿਹੜੇ ਪੁਰਾਤਨ ਉਸੇ ਤਰ੍ਹਾਂ ਸਾਂਭ ਕੇ ਰੱਖੇ ਗਏ ਨੇ। ਔਰ ਉਹਨਾਂ 'ਚ ਸਰੂਪ ਹੂਬਹੂ ਬਿਲਕੁਲ ਸੇਮ ਹੈ। ਗੁਰਪ੍ਰਸਾਦ ਤੋਂ ਬਾਅਦ 2 ਡੰਡੀਆਂ ਨੇ, ਔਰ ਅਗਲੀ ਲਾਈਨ ਦੇ ਵਿੱਚ ਸੈਂਟਰ ਦੇ ਵਿੱਚ 2 ਡੰਡੀਆਂ ਇੱਧਰ 2 ਇੱਧਰ, ਔਰ ਵਿੱਚ ਲਿਖਿਆ ਜਪ ਉਹਦੇ ਪੱਪੇ ਨੂੰ ਔਂਕੜ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ। ਹੁਣ ਜਿਹੜੀ ਮੁੱਖ ਗੱਲ ਹੈ ਵੀ ਇਹ ਆਪਾਂ ਵਿਚਾਰ ਜਿਹੜਾ ਕਰ ਰਹੇ ਹਾਂ, ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਰਿਆਂ ਨੇ ਇਸ ਤਰ੍ਹਾਂ ਹੀ ਮੰਨਣਾ ਹੈ। ਹਾਂ, ਜੇਕਰ ਤੁਹਾਨੂੰ ਇਹ ਗੱਲਾਂ ਮੰਨ ਕੇ ਤੁਹਾਡਾ ਮਨ ਵਸ ਆ ਰਿਹਾ ਹੈ, ਮਨ ਵਿਚਾਰਾਂ ਤੋਂ ਮੁਕਤ ਹੋ ਰਿਹਾ ਹੈ, ਤੁਹਾਡੇ ਅੰਦਰ ਇੱਕ ਅਕਾਲ ਪੁਰਖ ਦਾ ਭਰੋਸਾ, ਇੱਕ ਅਕਾਲ ਪੁਰਖ ਦੇ ਪ੍ਰਤੀਤ, ਇੱਕ ਅਕਾਲ ਪੁਰਖ ਦੇ ਨਾਲ ਕਮਿਟਮੈਂਟ, ਇੱਕ ਅਕਾਲ ਪੁਰਖ ਦੇ ਨਾਮ ਦਾ ਜਪਣਾ, ਜਿਹਨੂੰ ਆਪਾਂ ਨਾਮ ਅਭਿਆਸ ਕਹਿੰਦੇ ਹਾਂ, ਜੇਕਰ ਇਹ ਚੀਜ਼ਾਂ ਪ੍ਰਬਲ ਹੋ ਰਹੀਆਂ ਨੇ ਤੇ ਵਾਹ ਭਲੀ, ਬਹੁਤ ਸ਼ੁਕਰ ਹੈ ਅਕਾਲ ਪੁਰਖ ਦਾ। ਇਹ ਕੋਈ ਫਾਈਨਲ ਆਪਾਂ ਡਿਸੀਜਨ ਨਹੀਂ ਦੇ ਰਹੇ ਕਿ ਇਸੇ ਤਰ੍ਹਾਂ ਹੀ ਹੈ। ਆਪਾਂ ਇੱਕ ਵਿਚਾਰ ਸਾਰਿਆਂ ਨੇ ਰਲ ਮਿਲ ਕੇ ਇੱਥੇ ਰੱਖਣੀ ਹੈ। ਹੁਣ ਇਹ ਜਿਹੜਾ ਸਿਰਲੇਖ ਹੈ, 2 ਡੰਡੀਆਂ ਇੱਧਰ ਵਿੱਚ ਜੱਜਾ ਪੱਪਾ, ਪੱਪੇ ਨੂੰ ਔਂਕੜ ਤੇ 2 ਡੰਡੀਆਂ ਅਖੀਰ ਤੇ, ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ, ਫਿਰ ਅਸੀਂ ਆਪਣੇ ਵੱਲੋਂ ਤੇ ਸਤਿਕਾਰ ਕੀਤਾ ਤੇ ਅਸੀਂ ਇਹਨੂੰ ਬਣਾਤਾ ਜਪਜੀ ਸਾਹਿਬ। ਇਹ ਅਨੁਕੂਲ ਨਹੀਂ ਹੈ। ਇਹ ਇੱਕ ਦਾਇਰਾ ਜਿਹੜਾ ਸੀਮਤ ਹੋ ਗਿਆ ਵੀ ਇਹੀ ਜਪਜੀ ਸਾਹਿਬ ਆ। ਅਸੀਂ ਤੇ ਇਹ ਬੇਨਤੀ ਕਰ ਰਹੇ ਹਾਂ ਵੀ ਜਪ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ। ਇਹ ਅੱਖਰ ਹੈ, ਇਹਨੂੰ ਹਾਈਲਾਈਟ ਕੀਤਾ, ਪੱਪੇ ਨੂੰ ਔਂਕੜ ਪਾਇਆ, ਦੋਨਾਂ ਪਾਸੇ 2-2 ਡੰਡੀਆਂ, ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ। ਅੱਛਾ, ਇਹਨੂੰ ਜਪਜੀ ਸਾਹਿਬ ਕਹਿਣਾ ਬਿਲਕੁਲ ਅਨੁਕੂਲ ਨਹੀਂ ਹੈ। ਇਹ ਸਾਡੇ ਆਪਣੇ ਵਿਚਾਰ ਨੇ ਜੋ ਅਸੀਂ ਆਪ ਜੀ ਦੇ ਸਨਮੁਖ ਰੱਖ ਰਹੇ ਹਾਂ। ਕਹਿੰਦੇ ਅਸੀਂ ਸਤਿਕਾਰ ਵਜੋਂ ਹਾਂ, ਲੇਕਿਨ ਉਹਦੇ 'ਚ ਕਿਤੇ ਨਾ ਕਿਤੇ ਉਹਦਾ ਜਿਹੜਾ ਦਾਇਰਾ, ਉਹਦਾ ਜਿਹੜਾ ਘੇਰਾ ਹੈ, ਉਹ ਬਹੁਤ ਸੀਮਤ ਰਹਿ ਜਾਂਦਾ। ਦੂਸਰੀ ਗੱਲ ਕਿ ਜਪ ਬਾਣੀ ਦੇ ਸ਼ੁਰੂ ਵਿੱਚ ਮਹੱਲਾ ਨਹੀਂ ਲਿਖਿਆ, ਮਹੱਲਾ ਨਹੀਂ ਕੋਈ ਲਿਖਿਆ ਇੱਥੇ। ਇਹ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਅਕਾਲ ਪੁਰਖ ਦਾ ਸਿੱਧਾ ਫਰਮਾਨ
ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਹੋਇਆ। ਉਹਨਾਂ ਨੂੰ ਅਕਾਲ ਪੁਰਖ ਨੇ ਕਿਰਪਾ ਕਰਕੇ ਇਹ ਬਖਸ਼ਿਸ਼ ਕੀਤੀ। ਇਹ ਜਿਹੜੀ ਬਾਣੀ ਹੈ, ਜਿਹਦਾ ਕੋਈ ਮਹੱਲਾ ਨਹੀਂ ਹੈ, ਜੋ ਨਾਨਕ ਨੂੰ ਆਈ, ਇਹ ਹੀ ਆਦ ਬਾਣੀ ਹੈ। ਇਹੀ ਆਦ ਬਾਣੀ ਹੈ। ਪੂਰਾ ਗੁਰੂ ਗ੍ਰੰਥ ਸਾਹਿਬ ਇਸੇ ਦਾ ਖੁਲਾਸਾ ਹੈ, ਇਸੇ ਦੀ ਐਕਸਪਲੇਨੇਸ਼ਨ ਹੈ। ਇਸੇ ਕਰਕੇ ਅਸੀਂ ਇਹਨੂੰ ਕਿਹਾ ਸੀ ਕਿ ਇੱਕ ਕੁੱਜੇ ਦੇ ਵਿੱਚ ਸਮੁੰਦਰ ਬੰਦ ਹੈ। ਅਕਾਲ ਪੁਰਖ ਦਾ ਆਪਣਾ ਕਲਾਮ ਹੈ। ਹੋਰ ਅੱਗੇ ਚਲੋ, ਜਪ ਬਾਣੀ ਕਿਸੇ ਰਾਗ ਵਿੱਚ ਨਹੀਂ ਹੈ, ਕੋਈ ਰਾਗ ਨਹੀਂ ਲਿਖਿਆ ਇਹਦੇ ਤੇ। ਇਸ ਬਾਣੀ ਦੇ 38 ਪਦੇ ਨੇ, ਸਟੈਂਜ਼ਾ ਜਿਹਨੂੰ ਆਪਾਂ ਕਹਿੰਦੇ ਆ, ਨਾ ਕਿ ਪੌੜੀਆਂ। ਜਿੱਥੇ ਪੌੜੀ ਲਿਖਣ ਦੀ ਜ਼ਰੂਰਤ ਸੀ ਉੱਥੇ ਪੌੜੀ ਦਾ ਹੈਡਿੰਗ ਆਇਆ। ਇੱਥੇ ਤੇ ਪੌੜੀ ਕਿਤੇ ਲਿਖਿਆ ਹੀ ਨਹੀਂ। ਅਸੀਂ ਫੇਰ ਉਹਨੂੰ ਅਗਿਆਨਤਾ ਦੇ ਵਸ ਪੌੜੀ ਕਹਿ ਦਿੰਦੇ ਹਾਂ। ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ, ਇੱਦਾਂ 38 ਪੌੜੀਆਂ। ਹੁਣ ਇਹ ਬਾਣੀ ਦਾ ਸਰੂਪ ਦੇਖੋ। ਇਸ ਤੋਂ ਬਾਅਦ ਜਦੋਂ ਆਪਾਂ ਅੱਗੇ ਦਰਸ਼ਨ ਕਰਦੇ ਹਾਂ, ਇੱਕ ਸ਼ਲੋਕ ਲਿਖਿਆ ਜਿਹਦਾ ਹੈਡਿੰਗ ਨਹੀਂ ਹੈ, ਜਿਹਨੂੰ ਆਪਾਂ ਕਹਿ ਰਹੇ ਹਾਂ, ਆਪਾਂ ਮੰਨ ਰਹੇ ਹਾਂ ਕਿ ਇਹ ਸ਼ਲੋਕ ਹੈ। ਸ਼ੁਰੂਆਤ ਦੇ ਵਿੱਚ ਆਦਿ ਸੱਚ, ਜੁਗਾਦਿ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਅਕਾਲ ਪੁਰਖ ਦੀ ਹੋਂਦ ਦੇ ਬਾਰੇ ਗਿਆਨ ਹੈ। ਔਰ ਇਸੇ ਤਰ੍ਹਾਂ ਇੱਕ ਸ਼ਲੋਕ ਅੰਤ ਵਿੱਚ ਹੈ। ਉਗਾਂ ਦੀ ਗੱਲ ਆ, ਆਪਾਂ ਉਹਨੂੰ ਅੱਗੇ ਜਾ ਕੇ ਵਿਚਾਰਾਂਗੇ। ਉਹਦਾ ਹੈਡਿੰਗ ਲਿਖਿਆ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਹੁਣ ਇਸ ਬਾਣੀ ਦੀ ਜਿਹੜੀ ਸ਼ੁਰੂਆਤ ਹੈ, ਇੱਕ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਹ ਅਕਾਲ ਪੁਰਖ ਦੇ ਕਰੈਕਟਰਿਸਟਿਕਸ ਨੇ, ਲੱਛਣ ਨੇ। ਮਤਲਬ ਅਕਾਲ ਪੁਰਖ ਦੇ ਗੁਣਾਂ ਦਾ ਮੁਕੰਮਲ ਜ਼ਿਕਰ ਹੈ। ਇਸ ਸਾਰੀ ਸਤਰ ਨੂੰ, ਸਾਰੀ ਲਾਈਨ ਨੂੰ ਇੱਕ ਓਂਕਾਰ ਬੋਲਦੇ ਆ ਇੱਥੋਂ ਸ਼ੁਰੂਆਤ, ਔਰ ਗੁਰਪ੍ਰਸਾਦ ਤੱਕ ਇਹਨੂੰ ਕਹਿ ਦਿੰਦੇ ਆ ਜੀ ਮੂਲ ਮੰਤਰ। ਮੂਲ ਮੰਤਰ ਸਾਡੀ ਜਾਚੇ ਇਹ ਵੀ ਅਗਿਆਨਤਾ ਹੈ, ਕਿੱਥੇ ਲਿਖਿਆ ਮੂਲ ਮੰਤਰ। ਇਹ ਅਸੀਂ ਫੇਰ ਉਹਦਾ ਇੱਕ ਘੇਰਾ ਜਿਹੜਾ ਸੀਮਤ ਕਰ ਦਿੱਤਾ, ਉਹਨੂੰ ਮੰਤਰ ਕਹਿ ਦਿੱਤਾ। ਗੁਰਬਾਣੀ ਦੇ ਵਿੱਚ ਮੈਂ ਤਾਂ ਇਹ ਗੱਲਾਂ ਕਰ ਰਿਹਾ ਕਿ ਆਪਾਂ ਨੂੰ 1.5 ਸਾਲ ਹੋ ਗਿਆ ਇਹ ਜ਼ੂਮ ਦੀ ਕਲਾਸ, ਜ਼ੂਮ ਤੇ ਸ਼ਬਦ ਵਿਚਾਰ ਕਰਦਿਆਂ। ਕਿਤੇ ਭਲਾ ਆਇਆ ਕੋਈ ਦੂਸਰੀ ਗੱਲ ਕੋਈ ਆਈ ਹੈ ਇੱਕ ਤੋਂ ਸਿਵਾਏ?
ਇੱਕ ਅਕਾਲ ਪੁਰਖ ਦੇ ਨਾਮ ਤੋਂ ਸਿਵਾਏ, ਇੱਕ ਅਕਾਲ ਪੁਰਖ ਦੇ ਗੁਰ ਮੰਤਰ ਤੋਂ ਸਿਵਾਏ ਕੋਈ ਦੂਸਰੀ ਚੀਜ਼ ਆਈ ਹੈ ਜਿਹਦਾ ਆਪਾਂ ਜ਼ਿਕਰ ਕਰਨਾ? ਮੇਰੀ ਜਾਚੇ ਨਹੀਂ ਆਈ। ਸੋ ਇਹਨੂੰ ਆਪਾਂ ਕਿਸ ਤਰ੍ਹਾਂ ਮੰਨੀਏ ਕਿ ਇਹ ਮੂਲ ਮੰਤਰ ਹੈ? ਇਹਦਾ ਕਿੱਥੋਂ ਆਪਾਂ ਭਾਲ ਕਰਾਂਗੇ? ਇਹ ਕਈ ਚੀਜ਼ਾਂ ਹੋਰ ਵੀ ਨੇ, ਬੀਜ ਮੰਤਰ, ਗੁਰ ਮੰਤਰ, ਮੂਲ ਮੰਤਰ, ਮੰਗਲਾਚਰਨ, ਇਹ ਸਾਰੀ ਵਿਚਾਰ ਆਏਗੀ ਅੱਗੇ। ਮੈਂ ਫੇਰ ਇਹ ਗੱਲਾਂ, ਮੇਰਾ ਜਿਹੜਾ ਮਕਸਦ ਸੀ, ਮੈਂ ਥੋੜ੍ਹਾ ਗੁਰੇਜ਼ ਕਰ ਰਿਹਾ ਸੀ ਇਹ ਗੱਲਾਂ ਕਰਨ ਤੋਂ, ਲੇਕਿਨ ਇਹ ਹੁਣ ਤੁਸੀਂ ਸਾਰਿਆਂ ਨੇ ਹੁਕਮ ਕੀਤਾ ਅਤੇ ਆਪਾਂ ਇਹ ਚੱਲੇ ਹਾਂ। ਕੋਸ਼ਿਸ਼ ਕਰਾਂਗੇ ਇਹਨੂੰ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਦੇ ਨਾਲ ਆਪਾਂ ਇਹ ਸ਼ਲੋਕ ਤੱਕ ਇਹਦਾ ਵਿਚਾਰ ਲੈ ਕੇ ਜਾਵਾਂਗੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਹੁਣ ਇਹ ਇੱਕ ਸਿਰਫ ਮੈਂ ਸਵਾਲ ਖੜਾ ਕਰ ਰਿਹਾ ਕਿ ਇਹਨੂੰ ਮੂਲ ਮੰਤਰ ਕਿਵੇਂ ਮੰਨ ਲਿਆ ਜਾਏ, ਕਿਵੇਂ ਇਹਨੂੰ ਕਹਿ ਲਿਆ ਜਾਏ। ਇਹ ਅਕਾਲ ਪੁਰਖ ਦੇ ਲੱਛਣ ਨੇ, ਜਿਹਨੂੰ ਅਸੀਂ ਮੂਲ ਮੰਤਰ ਬਣਾਤਾ ਔਰ ਉਹਦਾ ਹੀ ਜਾਪ ਸ਼ੁਰੂ ਕਰ ਦਿੱਤਾ ਕਿ ਇਹੀ ਜਪਣਾ ਹੈ। ਜਿਹੜਾ ਅੱਖਰ ਜਪ ਹੈ, ਇਹ ਤਾਂ ਉੱਥੇ ਅੱਗੇ ਜਾ ਕੇ ਲਿਖਿਆ ਵੀ ਇਹ ਜਪਣਾ ਹੈ। ਅਸੀਂ ਆਪ ਕਰਦੇ ਰਹੇ ਹਾਂ ਜੀ, ਮੂਲ ਮੰਤਰ ਦੇ 25 ਪਾਠ ਕਰੋ ਜੀ, ਇਹ ਮੂਲ ਮੰਤਰ ਹੈ, ਆਪ ਕਰਦੇ ਰਹੇ। ਪਰ ਹੁਣ ਕੀ ਗੱਲਾਂ ਕਰੀਏ ਪੁਰਾਣੀਆਂ, ਕੀ ਕਿਸੇ ਨੂੰ ਦੋਸ਼ ਦਈਏ? ਸਾਰਾ ਜਿਹੜਾ ਹੈ ਦੋਸ਼ ਸਾਡਾ ਆਪਣਾ ਹੈ, ਜਿਹੜਾ ਅਸੀਂ ਗੁਰਬਾਣੀ ਦੇ ਨਾਲ ਜੁੜੇ ਨਹੀਂ ਔਰ ਬਿਲਕੁਲ ਇੱਕ ਪੁਜਾਰੀਵਾਦ ਦੀ ਤਰ੍ਹਾਂ, ਬ੍ਰਾਹਮਣਵਾਦ ਦੀ ਤਰ੍ਹਾਂ ਅਸੀਂ ਬੰਦੇ ਰੱਖ ਲਏ ਬਾਣੀ ਪੜ੍ਹਨ ਵਾਸਤੇ, ਸੁਣਾਉਣ ਵਾਸਤੇ, ਗਾਉਣ ਵਾਸਤੇ, ਔਰ ਉਹਨਾਂ ਨੂੰ ਪੈਸੇ ਦੇ ਕੇ ਅਸੀਂ ਇੱਕ ਫਾਰਮੈਲਿਟੀ ਪੂਰੀ ਕਰਦੇ ਰਹੇ ਹਾਂ। ਸਾਰੀ ਜ਼ਿੰਦਗੀ ਅਸੀਂ ਇਹੀ ਕੰਮ ਕੀਤਾ। ਜਪ ਬਾਣੀ ਕੁੱਜੇ 'ਚ ਸਮੁੰਦਰ ਹੈ ਔਰ ਇਹ ਇੱਕ ਸਿਲਸਿਲੇਵਾਰ ਗਿਆਨ ਹੈ, ਐਨ ਬਿਲਕੁਲ ਸਟੈਪ ਬਾਏ ਸਟੈਪ, ਜਿਹਨੂੰ ਆਪਾਂ ਕਹਿੰਦੇ ਹਾਂ। ਜਿਵੇਂ ਦੇਖੋ, ਸੁਣਿਆ, ਇਹਨੂੰ ਸੁਣੀਆ ਨਹੀਂ ਪੜ੍ਹਨਾ, ਸੁਣਿਆ ਐੜੇ ਤੇ 2 ਲਾਵਾਂ ਔਰ ਉੱਤੇ ਨਾਸਕੀ ਉਚਾਰਨ ਆਏਗਾ। ਸੁਣਿਆ, ਸੁਣਨ ਤੋਂ ਬਾਅਦ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ। ਸੁਣਿਆ ਦੇ 4 ਪਦੇ ਆਉਣਗੇ, ਇਸੇ ਤਰ੍ਹਾਂ ਮੰਨੈ ਦੇ 4 ਪਦੇ ਆਉਣਗੇ, ਸਦਾ ਸਲਾਮਤ ਤੇ ਨਿਰੰਕਾਰ ਦੇ 4 ਪਦੇ ਹੋਣਗੇ, ਆਦੇਸ਼ ਦੇ 4 ਪਦੇ ਆਉਣਗੇ, 4 ਹੀ ਖੰਡ ਆਉਣਗੇ। ਤੇ ਅਗਲਾ ਸੱਚ ਖੰਡੇ ਵਸੈ ਨਿਰੰਕਾਰ, ਉਸ ਕਰਤਾ ਪੁਰਖ ਅਕਾਲ ਪੁਰਖ ਦਾ ਸੰਕੇਤ ਹੈ ਜਿਹੜਾ ਘਟ ਘਟ ਵਿੱਚ ਵਿਰਾਜਮਾਨ ਹੈ। ਖੰਡੇ ਡੱਡੇ ਨੂੰ ਸਿਹਾਰੀ, ਇਹਦਾ ਭਾਵ ਹੈ ਹਿਰਦਾ। ਕਿੱਥੇ ਲੱਭੋਗੇ ਸੱਚਖੰਡ? ਪਈ ਮੈਨੂੰ ਦੱਸੋ। 4 ਹੀ ਖੰਡ ਨੇ, ਬੜਾ ਸਿਲਸਿਲੇਵਾਰ ਇਹਨੂੰ ਆਪਾਂ ਅੱਗੇ ਖੋਜਾਂਗੇ। ਜਿਹੜਾ ਸੱਚਖੰਡ ਹੈ ਉਹ ਹਿਰਦਾ ਹੈ। ਸੋ ਸਾਰੀ ਗੁਰਬਾਣੀ ਦਾ ਜਿਹੜਾ ਗਿਆਨ ਹੈ, ਕਹਿੰਦੇ ਆ ਕਿ ਰੱਬ ਅੰਦਰੇ ਵਸਦਾ ਹੈ। ਹਿਰਦੈ ਨਾਮ ਵਸਾਏ ਹੋ, ਘਰ ਬੈਠੇ ਗੁਰੂ ਧਿਆਏ ਹੋ। ਏ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨ ਭਾਲ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਓ। ਕੋਈ ਖੰਡ ਵੱਖਰਾ ਨਹੀਂ ਹੈ, ਕੋਈ ਪਲੈਨਟ ਹੈ ਵੀ ਉੱਥੇ ਨਿਰੰਕਾਰ ਵਸਦਾ ਨਾ। ਨਿਰੰਕਾਰ ਹਿਰਦੇ 'ਚ ਹੀ ਵਸਦਾ, ਅੰਦਰ ਹੀ ਵਸਦਾ। ਸੋ ਇਹ
थोड़ी जी भूमिका अज आप जी दे सन्मुख रखी है। बड़े ध्यान नाल इन्हां नूं आपां गल्लां सोचणीਆਂ ने, विचारनीਆਂ ने, और आपां सारिਆਂ ने ਇਹ नहीं है भी जो कहता ਅਸੀਂ ਕਹਿ ਰਹੇ ਹਾਂ कि ਉਹ सच है, उस तो इलावा कोई गल नहीं है। पर हाँ, असी साडी मेरी अपनी एक प्रवृत्ति है भी मक्खी ते मक्खी नहीं मारनी। जो लिखिਆ है ਉਹਨੂੰ ਘੋਖਣਾ, ਉਹਨੂੰ ਉਹਦੇ ਚੋਂ ਹੀਰੇ ਮੋਤੀ ਇਕੱਤਰ ਕਰਨੇ ਨੇ। ਸੋ ਇਹ ਹੀ ਆਦ ਬਾਣੀ ਹੈ ਜੋ ਅਕਾਲ ਪੁਰਖ ਦਾ ਕਲਾਮ ਹੈ, ਜਿਹਦੇ ਤੇ ਕੋਈ ਮਹੱਲਾ ਨਹੀਂ, ਕਿਸੇ ਦਾ ਨਾਮ ਨਹੀਂ, ਕੋਈ ਰਾਗ ਨਹੀਂ ਆ। ਇਹਦੇ ਬਾਰੇ ਵੀ ਆਪਾਂ ਸ਼ਬਦਾਂ ਨੂੰ ਸ਼ਬਦ ਲੈ ਕੇ ਆਪਾਂ ਵਿਚਾਰ ਆਏ ਆ। ਆ ਦੇਖੋ ਤੁਸੀਂ ਸਕਰੀਨ ਤੇ ਦਰਸ਼ਨ ਕਰੋ। ਇਹੀ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ। ਆ ਦੇਖੋ, ਜਪ, ਇੱਥੇ ਪੱਪੇ ਨੂੰ ਔਂਕੜ ਹੈ ਹੀ ਨਹੀਂ, ਇੱਥੇ ਮਹੱਲਾ ਪਹਿਲਾ ਲਿਖਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਪਹਿਲਾ। ਇਹ ਕਿੰਨੇ ਰਾਈਟ ਦਿੱਤਾ ਇਹਨਾਂ ਨੂੰ ਵੀ ਇਹ ਲਿਖਣ ਦਾ ਸਾਰਾ? ਔਰ ਇਹ ਇੱਦਾਂ ਨਹੀਂ ਹੈ। ਇਹ ਦੇਖਿਓ, ਇਹ ਹੋਣਾ ਅੱਗੇ ਇਹ ਅੱਗੇ ਹੋਣਾ। ਧੁਰ ਤੋਂ ਹੁੰਦਾ ਆਇਆ, ਧੁਰ ਤੋਂ ਇਸ ਗਿਆਨ ਦਾ ਜਿਹੜਾ ਉਹ ਵਿਰੋਧ ਜ਼ਿਆਦਾ ਸੀ, ਕਿਉਂਕਿ ਹਰ ਧਰਮ ਦੇ, ਹਰ ਮਜ਼ਹਬ ਦੇ ਪਖੰਡ ਨੂੰ ਐਸ ਗਿਆਨ ਨੇ ਕੱਟ ਕੇ ਰੱਖ ਦਿੱਤਾ, ਵੱਢ ਕੇ ਰੱਖ ਦਿੱਤਾ, ਉਹਨੂੰ ਨਕਾਰਾ ਕਰ ਦਿੱਤਾ, ਉਹਨੂੰ ਲੂਲਾ ਲੰਗੜਾ ਬਣਾ ਦਿੱਤਾ। ਇਸ ਗਿਆਨ ਦੇ ਅੱਗੇ ਸਭ ਤੁੱਛ ਹੋ ਗਿਆ। ਇਸੇ ਕਰਕੇ ਜਿੰਨੇ ਮਜ਼ਹਬ ਸੀ ਸਮਕਾਲੀ ਜਾਂ ਉਸ ਮਜ਼ਹਬ ਦੇ ਮੰਨਣ ਵਾਲੇ ਸੀ, ਉਹ ਐਸ ਗਿਆਨ ਦੇ, ਬਾਬੇ ਨਾਨਕ ਦੇ ਔਰ ਬਾਬੇ ਨਾਨਕ ਦੇ ਪੈਰੋਕਾਰਾਂ ਦੇ ਦੁਸ਼ਮਣ ਬਣ ਗਏ। ਔਰ ਅੱਜ ਤੱਕ ਇਹ ਕੰਮ ਹੋ ਰਿਹਾ। ਔਰ ਇਹ ਐਸੀ ਦੁਨੀਆ ਤੇ ਖੇਡ ਵਰਤਣੀ ਹੈ। ਇੱਕ ਫਿਊਚਰ ਦੀ ਜਿਹੜੀ ਗੱਲ ਹੈ, ਜਿਹੜਾ ਆਉਣ ਵਾਲਾ ਸਮਾਂ ਐਸਾ ਹੋਣਾ ਕਿ ਸਾਇੰਸ ਔਰ ਟੈਕਨੋਲੋਜੀ ਨੇ ਇੱਕ ਦਿਨ ਇਨਸਾਨ ਨੂੰ ਭਗਤੀ ਕਰਨ ਤੋਂ ਵਰਜ ਦੇਣਾ ਹੈ। ਐਸਾ ਉਹਨੂੰ ਨਕਾਰਾ ਬਣਾ ਦੇਣਾ ਕਿ ਉਹ ਇਸ ਮਾਰਗ ਤੇ ਤੁਰ ਹੀ ਨਾ ਪਾਵੇ। ਉਹਨੂੰ ਜੋ ਕਹਿ ਦਿੱਤਾ ਜਾਵੇ ਉਹ ਮੰਨ ਲਿਆ ਜਾਵੇ, ਉਹ ਮੰਨ ਲਏ। ਦੇਖੋ ਨਾ, ਇਹ ਜਿੰਨਾ ਵੀ ਉਸ ਸਮੇਂ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜੋ ਗਿਆਨ ਚੱਲ ਰਿਹਾ ਸੀ, ਜੋ ਮਜ਼ਹਬ ਚੱਲ ਰਿਹਾ ਸੀ, ਜੋ ਉਹਨਾਂ ਦੇ ਰੀਤੀ ਰਿਵਾਜ ਚੱਲ ਰਹੇ ਸੀ, ਜੋ ਉਹਨਾਂ ਦੀ ਮਰਿਆਦਾ ਚੱਲ ਰਹੀ ਸੀ, ਬਾਬੇ ਨਾਨਕ ਨੇ ਮਲੀਆ ਮੇਟ ਕਰਕੇ ਰੱਖਤਾ। ਸਾਰਾ ਕੁਛ ਛੱਡਿਆ ਹੀ ਕੱਖ ਨਹੀਂ। ਉਹਨੂੰ ਐ ਜਿੱਦਾਂ ਸਾੜ ਕੇ ਸੁਆਹ ਕਰਤਾ ਸਾਰਾ ਕੁਛ। ਔਰ ਉਹਨਾਂ ਮਜ਼ਹਬਾਂ ਦਾ ਜ਼ੋਰ ਲੱਗ ਗਿਆ ਕਿ ਇਸ ਮਜ਼ਹਬ ਨੂੰ ਜਿਹੜਾ ਬਾਬੇ ਨਾਨਕ ਨੇ ਖੜਾ ਕੀਤਾ, ਆਪਣੇ ਵਿੱਚ ਸਮੋ ਲਿਆ ਜਾਵੇ, ਆਪਣੇ ਵਿੱਚ ਰਲਾ ਲਿਆ ਜਾਵੇ। ਇਹ ਅੱਜ ਸ਼ਾਇਦ ਮੈਂ ਇਹ ਗੱਲਾਂ ਕਰ ਰਿਹਾ, ਇਹ ਇੱਕ ਅਣਹੋਣੀਆਂ ਚੀਜ਼ਾਂ ਲੱਗ ਰਹੀਆਂ ਹੋਣਗੀਆਂ, ਪਰ ਲੇਕਿਨ ਨਹੀਂ। ਇਹ ਇਸੇ ਤਰ੍ਹਾਂ ਹੀ ਵਰਤਾਰਾ ਜੇ ਐਨਾਲਿਸਿਸ ਕਰਕੇ ਦੇਖ ਲਓ, ਸ਼ੁਰੂ ਤੋਂ ਇਸੇ ਤਰ੍ਹਾਂ ਹੀ ਚੱਲਿਆ ਕੰਮ। ਇਹ ਅੱਜ ਦਾ ਜਿਹੜਾ ਸੈਸ਼ਨ ਹੈ, ਬਿਲਕੁਲ ਇੱਕ ਭੂਮਿਕਾ ਦੇ ਰੂਪ ਵਿੱਚ ਮੈਂ ਆਪ ਜੀ ਨੂੰ ਇਹ ਗੱਲਾਂ ਕਰ ਰਿਹਾ, ਤਾਂ ਕਿ ਇਹ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ, ਇਹਨਾਂ 'ਤੇ ਵਿਚਾਰ ਕਰਨੀ ਪਊਗੀ। ਔਰ ਇਹ ਜੇ ਐਸ ਫੋਕਸ ਦੇ ਵਿੱਚ ਰੱਖ ਕੇ ਆਪਾਂ ਬਾਣੀ ਪੜ੍ਹਾਂਗੇ, ਉਹਨੂੰ ਸਮਝਾਂਗੇ, ਤੇ ਮੇਰਾ ਖਿਆਲ ਹੈ ਵੀ ਅਸੀਂ ਜ਼ਿਆਦਾ ਕੁਛ ਪ੍ਰਾਪਤ ਕਰਾਂਗੇ। ਹੁਣ ਇਹ ਮੋਟੀਆਂ ਗੱਲਾਂ ਮੈਂ ਆਪ ਜੀ ਨਾਲ ਸਾਂਝੀਆਂ ਕਰ ਦਿੱਤੀਆਂ ਨੇ।
ਹੁਣ ਇੱਕ ਸ਼ਬਦ ਹੈ ਮਹੱਲੇ ਪੰਜਵੇਂ ਦਾ ਰਾਮਕਲੀ ਰਾਗ ਦੇ ਵਿੱਚ, ਤੂੰ ਦਾਨਾ ਤੂੰ ਅਬ ਚੱਲ, ਤੂੰ ਹੀ ਤੂੰ ਜਾ ਤੇ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਾਹੀਂ, ਤਾਂ ਹਮ ਕੈਸੀ ਤਾਤੀ। ਨੰਬਰ 1, ਉਹਦੇ ਬਾਅਦ ਉਹਦੀ ਰਹਾਉ ਦੀ ਤੁਕ ਹੈ ਏਕੈ ਏਕੈ ਏਕ ਤੂੰ ਹੀ, ਏਕੈ ਏਕੈ ਤੂੰ ਰਾਇਆ, ਤਉ ਕਿਰਪਾ ਤੇ ਸੁਖ ਪਾਇਆ। ਰਹਾਉ। ਕਿਆ ਬਾ ਕਮਾਲ ਦਾ ਸ਼ਬਦ ਹੈ। ਸ਼ਬਦ ਬਹੁਤ ਨੇ, ਇੱਕ ਦੇ ਉੱਤੇ ਸ਼ਬਦ ਬਹੁਤ ਨੇ, ਲੇਕਿਨ ਆਹ ਸ਼ਬਦ ਮੈਨੂੰ ਠੀਕ ਲੱਗਿਆ ਕਿ ਆਪਾਂ ਇਹ ਸ਼ਬਦ ਸਾਰਿਆਂ ਨੇ ਤਕਰੀਬਨ ਸੁਣਿਆ ਵੀ ਹੈ, ਪੜ੍ਹਿਆ ਵੀ ਹੋਣਾ। ਆਪਾਂ ਇਹਨੂੰ ਥੋੜ੍ਹਾ ਜਿਹਾ ਅੱਜ ਵਿਚਾਰ ਕੇ ਅੱਗੇ ਚੱਲੀਏ। ਇਹ ਹੈ ਜੀ ਸ਼ਬਦ ਪੇਜ ਨੰਬਰ 884 884 ਨੰਬਰ ਤੇ ਹੈ। ਆ ਦੇਖੋ ਹੁਣ ਇੱਥੇ ਰਾਗ ਰਾਮਕਲੀ ਲਿਖਿਆ, ਮਹੱਲਾ ਪੰਜਵਾਂ ਲਿਖਿਆ ਇਨ ਸ਼ਾਰਟ ਦੇ ਵਿੱਚ। ਠੀਕ ਹੈ, ਅਸੀਂ ਇਹਨੂੰ ਪ੍ਰਵਾਨ ਕਰਦੇ ਹਾਂ, ਪਰ ਉਹ ਜਪ ਮਹੱਲਾ ਪਹਿਲਾਂ ਲਿਖਣ ਦਾ ਕੀ ਮਤਲਬ ਹੈ ਬਈ? ਇਹ ਜਾਂ ਤੇ ਅਗਿਆਨਤਾ ਹੈ ਜਾਂ ਫਿਰ ਇਹ ਸਾਜ਼ਿਸ਼ ਹੈ। ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਆਪਾਂ ਸਮਝਣਾ। ਹੁਣ ਹੈ ਕਿ ਏਕੈ ਏਕੈ ਏਕ ਤੂੰ ਹੀ। ਹੁਣ ਇਹ ਕਹਿਤਾ ਜੀ ਸਿਰਫ ਇੱਕ ਤੂੰ ਹੀ ਹੈ, ਇੱਕ ਤੂੰ ਹੀ ਖਸਮ ਹੈ। ਹਾਲਾਂਕਿ ਖਸਮ ਦਾ ਜ਼ਿਕਰ ਨਹੀਂ ਹੈ ਸ਼ਬਦਾਂ ਦੇ ਵਿੱਚ। ਏਕੈ ਏਕੈ ਏਕ ਤੂੰ ਹੀ। ਹੁਣ ਜਦੋਂ ਦੋ ਲਾਵਾਂ ਪੈ ਗਈਆਂ ਦੋ ਵਾਰ ਏਕੈ ਏਕੈ, ਇਹ ਦਰਸਾਉਂਦੀਆਂ ਨੇ ਕਿ ਉਹ ਇੱਕ ਹੈ, ਲੇਕਿਨ ਉਹ ਹੈ ਅੰਦਰ। ਉਹ ਬਾਹਰ ਕਿਸੇ ਵੱਖਰੇ ਪਲੈਨਟ ਤੇ ਜਾਂ ਵੱਖਰੇ ਥਾਂ ਤੇ ਨਹੀਂ ਵੱਸਦਾ, ਉਹ ਤੁਹਾਡੇ ਅੰਦਰ ਹੈ। ਏਕੈ ਏਕੈ, ਫਿਰ ਕਹਿੰਦੇ ਏਕ ਤੂੰ ਹੀ। ਤਿੰਨ ਵਾਰੀ ਇੱਕ 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 ਕਹਿ ਕੇ ਗੱਲ ਕਰਨੀ ਕਿਉਂ ਕੀਤੀ ਹੈ? ਫਿਰ ਏਕੈ ਏਕੈ ਤੂੰ ਰਾਇਆ, ਤੂੰ ਹੀ ਇੱਕ ਪਾਤਸ਼ਾਹ ਹੈ, ਤੂੰ ਹੀ ਦੁਨੀਆ ਦਾ ਵਾਲੀ ਹੈ। ਹੁਣ ਉਸੇ ਇੱਕ ਦੀ ਕਿਰਪਾ ਦੇ ਨਾਲ ਤਉ ਕਿਰਪਾ ਤੇ ਸੁਖ ਪਾਇਆ। ਤੇਰੀ ਮਿਹਰ ਨਾਲ ਅਸੀਂ ਸੁੱਖ ਹਾਸਲ ਕਰਦੇ ਹਾਂ। ਇਹ ਕਿਹੜਾ ਜਿਹੜਾ ਸੁੱਖ ਅਸੀਂ ਹਾਸਲ ਕਰਦੇ ਹਾਂ ਬਈ? ਇਹ ਵੱਡੀਆਂ ਵੱਡੀਆਂ ਗੱਡੀਆਂ ਜਾਂ ਵੱਡੀਆਂ ਬਿਲਡਿੰਗਸ ਜਾਂ ਉੱਚੇ ਅਹੁਦੇ ਜਾਂ ਬਹੁਤ ਸਾਰਾ ਧਨ, ਇਹ ਸੁੱਖ ਦੇ ਖੱਖੇ ਨੂੰ ਵੀ ਔਂਕੜ ਹੈ। ਇਹ ਕਿਹੜਾ ਸੁੱਖ ਹੈ? ਹਾਂਜੀ, ਅਸੀਂ ਸੁੱਖ ਹਾਸਲ ਕਰਦੇ। ਕਿੰਨਾ ਕੁ ਸੁੱਖ ਹਾਸਲ ਕੀਤਾ ਅਸੀਂ? ਇਹ ਜਿਹੜਾ ਸੁੱਖ ਹੈ ਇਹ ਦੁਨਿਆਵੀ ਸੁੱਖ ਤੇ ਹੈ ਹੀ ਨਹੀਂ। ਗੁਰਬਾਣੀ ਸੂਖਮ ਹੈ। ਇਹ ਸੁੱਖ ਹੈ ਹੀ ਅਕਾਲ ਪੁਰਖ ਦੇ ਨਾਲ ਮਿਲਾਪ ਦਾ ਸੁੱਖ ਹੈ। ਅਕਾਲ ਪੁਰਖ ਇੱਕ ਹੀ ਹੈ, ਉਹਦੇ ਵਰਗਾ ਕੋਈ ਹੋਰ ਨਹੀਂ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ। ਉਹੀ ਦੀਨ ਦੁਨੀਆ ਦਾ ਪਾਤਸ਼ਾਹ ਹੈ, ਰਾਇਆ ਹੈ, ਰਾਜਾ ਹੈ, ਔਰ ਉਸ ਦੀ ਕਿਰਪਾ ਦੇ ਨਾਲ ਹੀ ਅਸੀਂ ਉਸ ਨੂੰ ਪ੍ਰਾਪਤ ਕਰਨਾ ਹੈ, ਉਸ ਨਾਲ ਮਿਲਾਪ ਕਰਨਾ ਹੈ, ਉਹਨੂੰ
ਪਾਉਣਾ ਹੈ। ਇਹ ਹੈ ਸੁਖ, ਇਹ ਹੈ ਸ਼ਬਦ ਦਾ ਰਹਾਉ। ਹੁਣ ਉਹ ਕਿਸ ਤਰ੍ਹਾਂ ਹੈ ਰਾਇਆ, ਉਹ ਰਾਜਾ ਕਿਸ ਤਰ੍ਹਾਂ ਹੈ? ਕੇਵਲ ਤੇ ਕੇਵਲ ਉਹ ਹੀ ਇੱਕ ਪਾਵਰਫੁਲ ਸ਼ਕਤੀ ਕਿਸ ਤਰ੍ਹਾਂ ਹੈ ਜਿਹਦਾ ਕੋਈ ਮੈਚ ਹੀ ਨਹੀਂ, ਜਿਹਦਾ ਕੋਈ ਸ਼ਰੀਕ ਹੀ ਨਹੀਂ, ਕੋਈ ਦੂਜਾ ਹੋਰ ਹੈ ਹੀ ਨਹੀਂ ਉਹਦੇ ਵਰਗਾ। ਤੂੰ ਦਾਨਾ ਤੂੰ ਅਬ ਚੱਲ ਤੂੰ ਹੀ, ਤੂੰ ਜਾ ਤੇ ਮੇਰੀ ਪਾਤੀ। ਕਿਉਂਕਿ ਉਹ ਸਾਡੇ ਅੰਦਰ ਹੀ ਉਹਦਾ ਵਸ ਹੈ, ਹਰੇਕ ਦੇ ਅੰਦਰ ਉਹਦੀ ਜੋਤ ਹੈ, ਔਰ ਉਹ ਹਰੇਕ ਦੇ ਅੰਦਰ ਬਾਰੇ ਜਾਣਦਾ ਹੈ। ਕੋਈ ਬੰਦਾ ਥੋੜ੍ਹੀ ਕਿਸੇ ਦੇ ਅੰਦਰ ਬਾਰੇ ਜਾਣ ਸਕਦਾ। ਫਿਰ ਉਹ ਸਦਾ ਕਾਇਮ ਰਹਿਣ ਵਾਲਾ ਹੈ। ਸੱਤੇ ਤੱਤੇ ਨੂੰ ਸਿਹਾਰੀ, ਐਗਜ਼ਿਸਟੈਂਸ ਫੋਰ ਐਵਰ, ਹਮੇਸ਼ਾ ਵਾਸਤੇ। ਤੂੰ ਜਾਤ ਮੇਰੀ ਪਾਤੀ, ਤੂੰ ਹੀ ਮੇਰੀ ਜਾਤ ਹੈ। ਬੜਾ ਮਾਣ ਹੁੰਦਾ ਜੀ, ਬੜੀ ਉੱਚੀ ਕੁੱਲ ਹੈ ਜੀ ਸਾਡੀ, ਅਸੀਂ ਐਸ ਖਾਨਦਾਨ ਨੂੰ ਬਿਲੋਂਗ ਕਰਦੇ ਹਾਂ। ਤੂੰ ਅਡੋਲ ਕਦੇ ਡੋਲੇ ਨਾ ਹੀ। ਹਾਂ, ਆ ਦੇਖੋ ਕਿੰਨੀ ਵਧੀਆ ਇੱਥੇ ਗੱਲ ਲਿਖੀ ਹੈ ਸਕਰੀਨ ਤੇ। ਉੱਚੀ ਜਾਤ ਕੁੱਲ ਦਾ ਮਾਣ ਹੋਣ ਦੇ ਥਾਂ ਮੈਨੂੰ ਇਹੀ ਭਰੋਸਾ ਹੈ ਕਿ ਤੂੰ ਹਰ ਵੇਲੇ ਮੇਰੇ ਅੰਗ ਸੰਗ ਹੈ। ਪਹਿਲੀ ਗੱਲ ਤੇ ਇਹੀ ਬੜਾ ਵੱਡਾ ਭਰੋਸਾ ਹੈ ਕਿ ਤੂੰ ਹੈ। ਫਿਰ ਤੂੰ ਅਡੋਲ ਕਦੇ ਡੋਲੇ ਨਾ ਹੀ, ਤਾਂ ਹਮ ਕੈਸੀ ਤਾਤੀ। ਅਡੋਲ, ਇੱਕ ਵਾਰੀ ਅਸੀਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਨਿਰਭਉ ਦਾ। ਉਹ ਭੌਂਦਾ ਨਹੀਂ ਹੈ। ਉਹਨੂੰ ਅਸੀਂ ਕੀ ਕਰਤਾ, ਉਹ ਕਹਿੰਦੇ ਜੀ ਡਰ ਤੋਂ ਰਹਿਤ ਹੈ, ਡਰ ਤੋਂ ਰਹਿਤ। ਇਹ ਮੈਨੂੰ ਦੇਖੋ, ਇੱਕ ਗੱਲ ਹੈ ਕਿ ਅਸੀਂ ਇੰਨੇ ਚਿਰਾਂ ਤੋਂ ਇਹ ਚੀਜ਼ਾਂ ਪੜ੍ਹਦੇ ਸੁਣਦੇ ਆ ਰਹੇ ਹਾਂ। ਕਿਸੇ ਦਾ ਜੇ ਕੋਈ ਹਿਰਦਾ ਮਨ 'ਚ ਕੋਈ ਗੱਲ ਆ ਰਹੀ ਹੈ ਤੇ ਉਸ ਲਈ ਮੈਂ ਪਹਿਲਾਂ ਖਿਮਾ ਮੰਗਦਾ, ਪਰ ਇਹ ਚੀਜ਼ ਵਿਚਾਰ ਮੰਗਦੀ ਹੈ। ਨਿਰਭਉ, ਭੌਂਦਾ ਨਹੀਂ ਹੈ। ਪੰਖੀ ਭੌਂਦਿਆਂ ਲੈਣ ਨਾ ਸਾਹ। ਉਹੀ ਗੱਲ ਹੈ ਇੱਥੇ, ਤੂੰ ਅਡੋਲ ਕਦੇ ਡੋਲੇ ਨਾ ਹੀ, ਤਾਂ ਹਮ ਕੈਸੀ ਤਾਤੀ। ਉਹ ਬਿਲਕੁਲ ਅਡੋਲ ਹੈ। ਮਾਇਆ ਜਿਹੜੀ ਹੈ ਉਹਦੇ ਤੇ ਕੋਈ ਅਸਰ ਹੀ ਨਹੀਂ ਪਾ ਸਕਦੀ। ਤੇ ਮੈਂ ਕੀ ਕਰ ਰਿਹਾ, ਮੈਂ ਐਸੇ ਅਕਾਲ ਪੁਰਖ ਨੂੰ ਧਿਆ ਰਿਹਾ, ਐਸੇ ਅਕਾਲ ਪੁਰਖ ਨੂੰ ਮਿਲ ਰਿਹਾ, ਐਸਾ ਅਕਾਲ ਪੁਰਖ ਮੈਂ ਆਪਣੇ ਅੰਦਰ ਪ੍ਰਗਟ ਕਰ ਲਿਆ, ਤੇ ਮੈਨੂੰ ਕਿਸ ਚੀਜ਼ ਦੀ ਫਿਕਰ ਹੈ? ਕਿਉਂਕਿ ਮੈਂ ਤੇ ਹੈ ਹੀ ਨਹੀਂ। ਤਾਂ ਹਮ ਕੈਸੀ ਤਾਤੀ, ਅੱਗੇ ਰਹਾਓ ਦੇ ਵਿੱਚ ਮੈਂ ਖਤਮ ਕਰਤੀ। ਇਸੇ ਕਰਕੇ ਕਿਹਾ ਇੱਕ ਹੈ, ਦੋ ਲਾਵਾਂ ਇੱਕ ਹੈ, ਏਕ ਤੂੰ ਹੀ। ਨਹੀਂ ਹੈ ਹੀ ਤੂੰ, ਮੈਂ ਤੇ ਹੈ ਹੀ ਨਹੀਂ। ਇੱਕ ਹੈ ਤੂੰ ਰਾਇਆ, ਤੋ ਕਿਰਪਾ ਤੇ ਸੁਖ ਪਾਇਆ ਰਹਾਓ। ਹੁਣ ਉਹ ਇੱਕ ਦੀ ਗੱਲ ਸੁਣ ਲਓ, ਕਿੱਡਾ ਕਹੋ। ਤੂੰ ਸਾਗਰ ਹਮ ਹੰਸ ਤੁਮਾਰੇ, ਤੁਮ ਮਹਿਮਾਨਕ ਲਾਲਾ। ਤੂੰ ਸਮੁੰਦਰ ਹੈ, ਅਸੀਂ ਤਾਂ ਤੇਰੇ ਹੰਸ ਬਣਨਾ, ਬਗਲੇ ਨਹੀਂ ਬਣਨਾ। ਅਸੀਂ ਹੰਸ ਲਿਖਿਆ ਇੱਥੇ, ਹਮ ਹੰਸ ਤੁਮਹਾਰੇ। ਸੋ ਇਹ ਜਿਹੜੀ ਬਗਲਾ ਪ੍ਰਵਿਰਤੀ ਦਾ ਬੰਦਾ ਹੈ, ਇਹ ਸ਼ਬਦ ਉਹਦੇ ਵਾਸਤੇ ਤੇ ਹੈ ਹੀ ਨਹੀਂ।
ਕਿੱਦਾਂ ਉਹ ਪੜ੍ਹ ਲੂਗਾ? ਜਿਹੜਾ ਹੈ ਹੀ ਬਗਲਾ, ਜਿਹੜਾ ਉਹ ਹੰਸ ਕਿੱਦਾਂ ਆਪਣੇ ਆਪ ਨੂੰ ਕਹਿ ਲਊਗਾ? ਕਦੇ ਵੀ ਨਹੀਂ, ਹੋ ਹੀ ਨਹੀਂ ਸਕਦਾ। ਮੰਨੀ ਜਾਓ, ਭਾਵੇਂ ਉਹਨੂੰ ਬਣਾਈ ਜਾਓ, ਪੋਚਾ ਪਾਚਾ ਲਾ ਕੇ ਉੱਤੇ ਨੂੰ ਬਣਾ ਲਓ, ਪਰ ਬਣ ਨਹੀਂ ਸਕਣਾ। ਤੂੰ ਸਾਗਰ, ਹਮ ਹੰਸ ਤੁਮਾਰੇ। ਕਿੱਡਾ ਉਹਦਾ ਘੇਰਾ ਵਿਸ਼ਾਲ ਹੈ। ਸਾਗਰ ਕਹਿ ਦੇਣਾ ਇੱਥੇ ਲਫ਼ਜ਼ ਹੈ, ਲੇਕਿਨ ਉਹ ਅਕਾਲ ਪੁਰਖ ਇੰਨਾ ਬੇਅੰਤ ਹੈ, ਜਿਹਦੀ ਕੋਈ ਥਾਂ ਹੀ ਨਹੀਂ, ਜਿਹਦਾ ਕੋਈ ਅੰਤ ਹੀ ਨਹੀਂ। ਹਮ ਹੰਸ ਤੁਮਹਾਰੇ। ਅਸੀਂ ਕੋਸ਼ਿਸ਼ ਕਰਨੀ ਹੈ ਉਹਦੇ 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 ਹੁਕਮ ਵਿੱਚ ਆਉਣ ਦੀ, ਤਾਂ ਅਸੀਂ ਹੰਸ ਬਣਨਾ। ਤੁਮ ਮਹਿਮਾਨਕ ਲਾਲਾ। ਉਸ ਸਮੁੰਦਰ ਦੇ ਵਿੱਚ ਹੀਰੇ ਜਵਾਹਰਾਤ ਲੁਕੇ ਪਏ ਨੇ, ਉਹਦੀ ਸਿਫਤ ਸਲਾਹ ਦੇ। ਤੁਮ ਦੇਵੋ ਤਿਲ ਸੰਕ ਨਾ ਮਾਨੋ, ਹਮ ਪੁੰਚੈ ਸਦਾ ਨਿਹਾਲਾ। ਉਹ ਵੀ ਆਪਣੀ ਕਿਰਪਾ ਦੇ ਨਾਲ ਹੀ ਉਹ ਮਾਣਕ ਸਾਨੂੰ ਦਿੰਦਾ ਹੈ, ਹੀਰੇ ਮੋਤੀ ਲਾਲ ਸਾਨੂੰ ਦਿੰਦਾ ਹੈ। ਤਿਲ ਸ਼ੰਕ ਨਾ ਮਾਨੋ। ਮੈਨੂੰ ਰੱਤਾ ਭਰ ਵੀ ਉਹਦੀ ਵਿਸ਼ਾਲਤਾ ਤੇ, ਉਹਦੀ ਦਿਆਲਤਾ ਤੇ ਸ਼ੱਕ ਨਹੀਂ ਹੈ। ਹਮ ਪੁੰਚੈ ਸਦਾ ਨਿਹਾਲਾ। ਔਰ ਅਸੀਂ ਉਹਨਾਂ ਨੂੰ ਪੁੰਚ ਰਹੇ ਹਾਂ। ਇਹ ਪੁੰਚਣ ਦੀ ਅਵਸਥਾ ਖਾਣ ਤੋਂ ਅਗਲੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਹਜ਼ਮ ਕਰਨਾ। ਇਹ ਜਪ ਬਾਣੀ ਦੇ ਵਿੱਚ ਆਪਾਂ ਇਸ ਚੀਜ਼ ਦਾ ਖੁਲਾਸਾ ਕਰਾਂਗੇ। ਹਮ ਪੁੰਚੈ ਸਦਾ ਨਿਹਾਲਾ। ਅਸੀਂ ਉਸ ਵਿਸ਼ਾਲਤਾ ਦਾ ਆਨੰਦ ਮਾਣ ਕੇ, ਉਹਨਾਂ ਮੋਤੀਆਂ ਦਾ, ਹੀਰਿਆਂ ਦਾ ਆਨੰਦ, ਮਾਣਕਾਂ ਦਾ ਆਨੰਦ ਮਾਣ ਕੇ ਅਸੀਂ ਨਿਹਾਲ ਹੋ ਰਹੇ ਹਾਂ। ਤੋ ਕਿਰਪਾ ਤੇ ਸੁਖ ਪਾਇਆ। ਇਹ ਹੈ ਸੁਖ ਖੱਖੇ ਨੂੰ ਔਂਕੜ ਵਾਲਾ, ਕਿ ਅੰਦਰੇ ਅੰਦਰ ਇੱਕ ਤੇ ਭਰੋਸਾ, ਇੱਕ ਨਾਲ ਪ੍ਰਤੀਤ, ਇੱਕ ਨਾਲ ਕਮਿਟਮੈਂਟ ਔਰ ਇੱਕ ਦਾ ਜਪਣਾ। ਇਹ ਹੈ ਸਭ ਤੋਂ ਵੱਡਾ ਸੁੱਖ, ਜਿਹੜਾ ਖੱਖੇ ਨੂੰ ਔਂਕੜ ਹੈ। ਔਰ ਇਹੀ ਹੈ ਪੁੰਚਣਾ, ਔਰ ਇਹੀ ਹੈ ਨਿਹਾਲ ਹੋਣਾ। ਇੱਕ ਹੈ ਇੱਕ ਹੈ ਏਕ ਤੂੰ ਹੀ, ਇੱਕ ਹੈ ਇੱਕ ਹੈ ਤੂੰ ਰਾਇਆ। ਅੱਗੇ ਆ ਜਾਓ ਜੀ। ਹਮ ਬਾਰਕ ਤੁਮ ਪਿਤਾ ਹਮਾਰੇ। ਇੱਕ ਦੀ ਗੱਲ ਹੈ ਨਾ, ਪਿਤਾ ਵੀ ਇੱਕੋ ਹੀ ਹੋਊਗਾ। ਪਿਤਾ ਤਾਂ 10 ਨਹੀਂ ਹੋ ਸਕਦੇ, 15 ਨਹੀਂ ਹੋ ਸਕਦੇ, 20 ਨਹੀਂ ਹੋ ਸਕਦੇ। ਪਿਤਾ ਇੱਕੋ ਹੀ ਹੋਊਗਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਇਹਦੇ ਬਾਰੇ ਵੀ ਅੱਗੇ ਵਿਚਾਰ ਆਊਗਾ। ਹਮ ਬਾਰਕ ਤੁਮ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ। ਹੁਣ ਇੱਥੇ ਪਿਤਾ ਦਾ ਜ਼ਿਕਰ ਆ ਰਿਹਾ, ਇੱਥੇ ਮਾਤਾ ਦੀ ਕੁਆਲਿਟੀ ਵੀ ਨਾਲ ਹੈ। ਇਹ ਨਾ ਸਮਝ ਲਓ ਕਿ ਪਿਤਾ ਲਿਖਿਆ ਹੈ ਤੇ ਮਾਤਾ ਨਹੀਂ ਹੈ। ਉਹ ਦੇਖੋ, ਇਹ ਵਿਸ਼ੇਸ਼ਤਾ ਹੀ, ਇਹੀ ਸਾਗਰ ਬੇਅੰਤਤਾ, ਇਹ ਅਸੀਂ ਸਮਝਣੀ ਆ। ਹਮ ਬਾਰਕ ਤੁਮ ਪਿਤਾ ਹਮਾਰੇ, ਨਾਲ ਹੀ ਮਾਤਾ ਵੀ ਹੈ। ਤੁਮ ਮੁਖ ਦੇਵੋ ਖੀਰਾ। ਹਮ ਖੇਲੈਂ ਸਭ ਲਾਡ ਲਡਾਵੈਂ, ਤੁਮ ਸਦ ਗੁਣੀ ਗਹੀਰਾ। ਅਸੀਂ ਉਸ ਅਕਾਲ ਪੁਰਖ ਰੂਪੀ ਮਾਤਾ ਪਿਤਾ ਦੀ ਗੋਦ ਦੇ ਵਿੱਚ ਖੇਡ ਰਹੇ ਹਾਂ, ਲਾਡ ਕਰ ਰਹੇ ਹਾਂ। ਉਹ ਲਾਡ ਲਡਾ ਰਿਹਾ। ਬੱਚਾ ਸ਼ਰਾਰਤਾਂ ਵੀ ਕਰ ਰਿਹਾ, ਮੂੰਹ ਚੋਂ ਥੁੱਕ ਕੱਢ ਕੇ ਕੱਪੜੇ ਵੀ ਗਿੱਲੇ ਕਰਦਾ ਮਾਤਾ ਪਿਤਾ ਦੇ। ਹੋਰ ਵੀ ਮਲ ਮੂਤਰ ਵੀ ਉੱਤੇ ਕਰ ਦਿੰਦਾ ਹੈ। ਲੇਕਿਨ ਮਾਤਾ ਪਿਤਾ ਕਿਤੇ ਨਾਰਾਜ਼ ਹੁੰਦੇ ਆ, ਉਹ ਕਿਤੇ ਜਤਾਉਂਦੇ ਆ, ਉਹ ਕਿਤੇ ਉਹਨੂੰ ਸਜ਼ਾ ਲਾਉਂਦੇ ਆ।
ਹੁਣ ਇਹ ਭਾਵਨਾ ਨੂੰ ਸਮਝਿਓ ਮੇਰੀ। ਇੱਥੋਂ ਤੱਕ ਅਸੀਂ ਭਰੋਸਾ ਪ੍ਰਤੀਤ ਕਮਿਟਮੈਂਟ ਕਰਨੀ ਹੈ ਕਿ ਉਹ ਸਾਡਾ ਮਾਂ ਪਿਓ ਹੈ, ਤਾਂ ਅਸੀਂ ਉਸ ਅਕਾਲ ਪੁਰਖ ਦੀ ਬੇਅੰਤਤਾ ਨੂੰ, ਵਿਸ਼ਾਲਤਾ ਨੂੰ, ਸ਼ਕਤੀ ਨੂੰ ਸਮਝ ਸਕਾਂਗੇ। ਉਹ ਕੌਣ ਹੈ ਜਿਹੜਾ ਗੁਣੀ ਗਹੀਰਾ? ਕੌਣ ਹੈ ਜਿਹੜਾ ਮਾਂ ਪਿਓ ਹੈ? ਕੌਣ ਹੈ ਜਿਹੜਾ ਲਾਡ ਲਡਾ ਰਿਹਾ? ਉਹ ਹੈ ਇੱਕ ਹੈ, ਇੱਕ ਹੈ, ਏਕ ਤੂੰ ਹੀ, ਇੱਕ ਹੈ, ਇੱਕ ਹੈ ਤੂੰ ਰਾਇਆ, ਤੋ ਕਿਰਪਾ ਤੇ ਸੁਖ ਪਾਇਆ। ਤੁਮ ਪੂਰਨ ਪੂਰ ਰਹੇ ਸੰਪੂਰਨ। ਪਹਿਲੀ ਗੱਲ ਤੇ ਪੂਰਾ ਹੈ ਅਕਾਲ ਪੁਰਖ, ਹੋਰ ਕੋਈ ਵੀ ਪੂਰਾ ਨਹੀਂ ਹੈ। ਤੁਮ ਪੂਰਨ ਪੂਰ ਰਹੇ ਸੰਪੂਰਨ, ਔਰ ਮੁਕੰਮਲ ਤੌਰ ਤੇ ਹਰ ਥਾਂ ਤੇ ਮੌਜੂਦ ਹੈ, ਹਰ ਥਾਂ ਤੇ। ਇਹਦਾ ਇਹ ਵੀ ਭਾਵ ਹੈ ਕਿ ਵਿਅਕਤੀ ਨੂੰ, ਮਨੁੱਖ ਨੂੰ, ਸਿੱਖ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਰੱਬ ਨੂੰ ਧਿਆਉਣ ਵਾਸਤੇ। ਕਿਤੇ ਕੋਈ ਖਾਸ ਹਿੱਲ ਸਟੇਸ਼ਨ ਪਹਾੜਾਂ ਤੇ, ਜਾਂ ਕੋਈ ਨਦੀ ਦਾ ਕੰਢਾ, ਜਾਂ ਕੋਈ ਦਰਿਆ ਦਾ ਕੰਢਾ, ਜਾਂ ਕੋਈ ਖਾਸ ਬਿਲਡਿੰਗ, ਉੱਥੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਤੇ ਹੈ ਹੀ, ਮੌਜੂਦ ਹੈ, ਸਰਬ ਵਿਆਪੀ ਹੈ। ਔਰ ਹਮ ਭੀ ਸੰਗ ਅਗਾਏ, ਤੇ ਨਾਲ ਹੀ ਕਿਉਂਕਿ ਅਸੀਂ ਵੀ ਉਹਦੀ ਰਜ਼ਾ ਦੇ ਵਿੱਚ ਹਾਂ, ਅਸੀਂ ਵੀ ਰੱਜੇ ਪੁੱਜੇ ਫਿਰਦੇ ਹਾਂ। ਜਿੱਦਾਂ ਅਕਾਲ ਪੁਰਖ ਹੈ, ਮਾਤਾ ਪਿਤਾ ਦੇ ਗੁਣ ਤੇ ਫਿਰ ਬੱਚੇ 'ਚ ਹੀ ਆਉਣੇ ਨੇ। ਬੱਚੇ ਨੇ ਮਾਤਾ ਪਿਤਾ ਨੂੰ ਹੀ ਦੇਖਣਾ ਕਿ ਕਿਸ ਤਰ੍ਹਾਂ ਉਹ ਕੀ ਕਰਦੇ ਆ, ਔਰ ਉਸੇ ਤਰ੍ਹਾਂ ਦੀਆਂ ਕਰੈਕਟਰਿਸਟਿਕਸ ਫਿਰ ਬੱਚੇ ਨੇ ਅਡੋਪਟ ਕਰਨੀਆਂ ਨੇ। ਤੁਮ ਪੂਰਨ ਪੂਰ ਰਹੇ ਸੰਪੂਰਨ, ਹਮ ਭੀ ਸੰਗ ਅਗਾਏ, ਮਿਲਤ 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 ਮਿਲ ਰਹਿਆ, ਨਾਨਕ ਕਹਿਣ ਨਾ ਜਾਏ। ਔਰ ਉਸ ਅਕਾਲ ਪੁਰਖ ਦੀ ਮਿਹਰ, ਉਸ ਅਕਾਲ ਪੁਰਖ ਦੇ ਗੁਰਪ੍ਰਸਾਦ, ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਿੱਖ ਨਾਮ ਅਭਿਆਸੀ ਹਰ ਵੇਲੇ ਉਸ ਅਕਾਲ ਪੁਰਖ ਦੇ ਵਿੱਚ ਮਿਲਿਆ ਰਹਿੰਦਾ ਹੈ। ਹਰ ਵੇਲੇ ਉਸ ਅਕਾਲ ਪੁਰਖ ਰੂਪੀ ਮਾਂ ਪਿਓ ਦੀ ਗੋਦ ਦੇ ਵਿੱਚ ਹੁਲਾਰੇ ਲੈ ਰਿਹਾ ਹੈ। ਨਾਨਕ ਕਹਿਣ ਨਾ ਜਾਏ। ਔਰ ਉਸ ਜੀਵ ਦੀ ਦੇਖੋ ਇੰਨੀ ਮਹਿਮਾ ਕਿ ਉਸ ਦੀ ਉੱਚੀ ਆਤਮਿਕ ਅਵਸਥਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਉਸ ਦੇ ਬਾਰੇ ਵੀ ਕਿਹਾ ਨਹੀਂ ਜਾ ਸਕਦਾ, ਜਿਹੜਾ ਮਿਲਤ 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 ਮਿਲ ਰਹਿਆ, ਨਾਨਕ ਕਹਿਣ ਨਾ ਜਾਏ। ਉਹ ਕੌਣ ਹੈ ਜਿਹੜਾ ਪੂਰਨ ਹੈ? ਉਹ ਕੌਣ ਹੈ ਜਿਹੜਾ ਸੰਪੂਰਨ ਹੈ? ਉਹ ਕੌਣ ਹੈ ਜਿਹਦੇ ਨਾਲ ਲੱਗ ਕੇ ਅਸੀਂ ਵੀ ਰੱਜੇ ਪੁੱਜੇ ਫਿਰਦੇ ਹਾਂ? ਅਸੀਂ ਵੀ ਉਹਦੇ ਵਰਗੇ ਲੱਛਣ ਸਾਡੇ 'ਚ ਵੀ ਆਉਂਦੇ ਜਾ ਰਹੇ ਆ। ਉਹ ਕੌਣ ਹੈ ਜਿਹਦੇ ਨਾਲ ਅਸੀਂ ਮਿਲੇ ਹੋਏ ਹਾਂ? ਇੱਕ ਹੈ, ਇੱਕ ਹੈ, ਏਕ ਤੂੰ ਹੀ, ਇੱਕ ਹੈ, ਇੱਕ ਹੈ ਤੂੰ ਰਾਇਆ, ਤੋ ਕਿਰਪਾ ਤੇ ਸੁਖ ਪਾਇਆ। ਇਹ ਇਸ ਤਰ੍ਹਾਂ ਦੇ ਸ਼ਬਦ ਇੱਕ ਦੇ ਉੱਤੇ ਇੱਕ ਦੀ ਮਹਿਮਾ ਕਾਫੀ ਆਉਣਗੇ ਸਾਡੇ ਕੋਲ, ਅਸੀਂ ਨਾਲ ਨਾਲ ਵਿਚਾਰਦੇ ਜਾਵਾਂਗੇ। ਪਰ ਆਹ ਸ਼ਬਦ ਜਿਹੜਾ ਹੈ, ਇਹ ਕਈ ਤਰ੍ਹਾਂ ਦੇ ਭੁਲੇਖੇ ਐਸ ਸ਼ਬਦ 'ਚੋਂ ਸਾਡੇ ਨਿਕਲਣੇ ਹੈ, ਔਰ ਸਾਨੂੰ ਜਿਹੜੀ ਹੈ ਜਪ ਬਾਣੀ ਸਮਝਣ ਦੇ ਵਿੱਚ ਆਸਾਨੀ ਹੋ ਜਾਣੀ ਹੈ।
ਸੋ ਇਹ ਅੱਜ ਥੋੜ੍ਹੀ ਜਿਹੀ ਅਸੀਂ ਜਪ ਬਾਣੀ ਦੀ ਭੂਮਿਕਾ ਦੇ ਬਾਰੇ ਜ਼ਿਕਰ ਕੀਤਾ ਹੈ। ਅਗਲੀ ਵਾਰੀ ਆਪਾਂ ਇੱਕ ਦੀ ਜਿਹੜੀ ਐਕਸਪਲੇਨੇਸ਼ਨ ਹੈ, ਉਸ ਤੋਂ ਬਾਅਦ ਉਹ ਦੀ ਐਕਸਪਲੇਨੇਸ਼ਨ ਹੈ, ਉਸ ਤੋਂ ਬਾਅਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਤੋਂ ਵਿਚਾਰ ਆਰੰਭ ਕਰਾਂਗੇ, ਪਰ ਮੇਰੀ ਤਾਕੀਦ ਇੰਨੀ ਹੈ ਕਿ ਅੱਜ ਜੋ ਆਪਾਂ ਵਿਚਾਰ ਕੀਤੀ ਹੈ ਉਹਨਾਂ ਗੱਲਾਂ ਨੂੰ ਆਪਾਂ ਤਕਰੀਬਨ 10-12 ਪੁਆਇੰਟਸ ਐਜ਼ ਏ ਜਿਸ ਤਰ੍ਹਾਂ ਪ੍ਰੀਫੇਸ ਆਪਾਂ ਲਿਖਦੇ ਹਾਂ ਕਿਸੇ ਕਿਤਾਬ ਦਾ, ਭੂਮਿਕਾ ਆਪਾਂ ਬੰਨ੍ਹਦੇ ਹਾਂ, ਉਸ ਤਰ੍ਹਾਂ ਆਪਾਂ ਜ਼ਿਕਰ ਕਰ ਦਿੱਤਾ। ਇਹ ਬੜਾ ਜ਼ਰੂਰੀ ਸੀ। ਇਸ ਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਬਹੁਤ ਜ਼ਰੂਰੀ ਸੀ। ਕੋਸ਼ਿਸ਼ ਕਰ ਲਿਓ ਇਹਨੂੰ ਇੱਕ ਵਾਰ ਫੇਰ ਰਿਕਾਰਡਿੰਗ ਅਸੀਂ ਅੱਜ ਹੀ ਕੋਸ਼ਿਸ਼ ਕਰਕੇ ਪਾਉਣੀ ਹੈ। ਸਿਮਰਤਪਾਲ ਸਿੰਘ ਹੋਣਾ ਨੂੰ ਮੇਰੀ ਇਸ ਹਫ਼ਤੇ ਗੱਲ ਹੋਈ ਸੀ, ਉਹਨਾਂ ਨਾਲ ਅਸੀਂ ਉਸੇ ਦਿਨ ਤਕਰੀਬਨ ਰਿਕਾਰਡਿੰਗ ਪਾਇਆ ਕਰਨੀ ਹੈ, ਬਿਕੋਜ਼ ਉਹ ਫਿਰ ਗੱਲਾਂ ਜਿਹੜੀਆਂ ਸਾਡੇ ਧਿਆਨ ਗੋਚਰੇ ਨਹੀਂ ਰਹਿੰਦੀਆਂ ਜੇ ਅਸੀਂ ਜਾ ਕੇ ਸ਼ੁੱਕਰਵਾਰ ਨੂੰ ਪਤਾ ਨਹੀਂ ਸੁਣਦੇ ਵੀ ਹਾਂ ਕਿ ਨਹੀਂ ਸੁਣਦੇ। ਲੇਕਿਨ ਅਸੀਂ ਪਿਛਲੇ ਤਕਰੀਬਨ 1.5 ਸਾਲ ਦੇ ਵੱਧ ਸਮੇਂ ਤੋਂ ਕੋਈ ਵੀ ਸੰਡੇ ਅਸੀਂ ਮਿਸ ਨਹੀਂ ਕੀਤਾ, ਔਰ ਇਹੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇਸੇ ਤਰ੍ਹਾਂ ਚਲਾਇਆ ਜਾਏ। ਜੇਕਰ ਕਿਸੇ ਕਾਰਨ ਕਰਕੇ ਨਾ ਵੀ ਚੱਲਿਆ, ਅਗਾਂਹ ਆਪਾਂ ਜ਼ਿਆਦਾ ਨਾ ਵੀ ਇਹ ਸ਼ਬਦ ਵਿਚਾਰ ਦੇ ਵੱਲ ਹੋਏ ਜਾਂ ਕੀਤੇ, YouTube ਚੈਨਲ 'ਤੇ ਅਸੀਂ ਰਿਕਾਰਡਿੰਗ ਜ਼ਰੂਰ ਪਾ ਦਿਆ ਕਰਨੀ ਹੈ। ਕਿਸੇ ਵੀ ਸ਼ਬਦ ਦੀ ਕੋਈ ਵੀ ਵਿਚਾਰ ਕਦੋਂ ਵੀ ਕਰਕੇ ਆਪਣੇ ਸਮੇਂ ਦੇ ਅਨੁਸਾਰ ਜਦੋਂ ਸਾਨੂੰ ਮਿਲਦਾ ਹੈ, ਉਹ ਅਸੀਂ ਚੈਨਲ ਦੇ ਉੱਤੇ ਰਿਕਾਰਡਿੰਗ ਪਾਇਆ ਕਰਾਂਗੇ। ਔਰ ਮੇਰਾ ਖਿਆਲ ਹੈ, ਮੈਨੂੰ ਉਮੀਦ ਹੈ ਕਿ ਇਹ ਆਪਣੀ ਜਿਹੜੀ ਵਿਚਾਰ ਹੈ ਇਸੇ ਤਰ੍ਹਾਂ ਆਪਾਂ ਚਲਾਵਾਂਗੇ। ਅਜੇ ਤੇ ਆਪਾਂ ਨੂੰ ਤਕਰੀਬਨ ਇਹ ਜਿਹੜਾ ਜਪ ਬਾਣੀ ਦਾ ਪ੍ਰੋਜੈਕਟ ਹੈ, ਤਕਰੀਬਨ ਕਹਿ ਲਓ ਕਿ ਆਪਣੇ 4-5 ਮਹੀਨੇ ਆਪਣੇ ਬੜੇ ਸਹਿਜੇ ਨਿਕਲਣੇ ਨੇ, ਕਿਉਂਕਿ ਕਹਿਣ ਦੀ ਗੱਲ ਹੈ ਮਹੀਨਿਆਂ ਦੀ, ਆਪਾਂ ਹਫ਼ਤੇ 'ਚ 1 ਘੰਟਾ ਹੀ ਇਹ ਵਿਚਾਰ ਕਰਨੀ ਹੈ। ਸੋ ਮਹੀਨੇ ਦੇ 4 ਹੀ ਘੰਟੇ ਨੇ, ਤੇ 6 ਮਹੀਨੇ ਜੇ ਆਪਾਂ ਗੱਲ ਕਰੀਏ ਤੇ 24 ਘੰਟੇ ਬਣਦੇ ਆ। ਇੰਨੀਆਂ ਗੱਲਾਂ ਕਰਦਾ ਹੋਇਆ ਅੱਜ ਮੈਂ ਆਪ ਜੀ ਪਾਸੋਂ ਖਿਮਾ ਮੰਗਦਾ। ਅਗਲੀ ਵਾਰ ਤੋਂ ਅਸੀਂ ਇਹ ਇੱਕ ਓ ਤੋਂ ਆਰੰਭ ਕਰਨਾ ਹੈ। ਇਹਦੇ ਬਾਰੇ ਗੱਲ ਕਰਨੀ ਹੈ ਕਿ ਇਹ ਡਿਜਿਟ ਵਿੱਚ ਕਿਉਂ ਲਿਖਿਆ। ਇਹਨੂੰ ਓਂਕਾਰ ਪੜ੍ਹਨਾ ਹੈ, ਇਹਨੂੰ ਏਕੰਕਾਰ ਪੜ੍ਹਨਾ ਹੈ, ਜਾਂ ਇੱਕ ਓਂਕਾਰ ਪੜ੍ਹਨਾ ਹੈ, ਜਾਂ ਇੱਕ ਓ ਪੜ੍ਹਨਾ ਹੈ। ਕਿਸ ਤਰ੍ਹਾਂ ਸਾਡੇ ਮਨ ਨੂੰ ਇਹ ਟੁੰਬੇਗਾ, ਕਿਸ ਤਰ੍ਹਾਂ ਸਾਡੇ ਮਨ ਨੂੰ ਇਹ ਫੱਬੇਗਾ, ਕਿਸ ਤਰ੍ਹਾਂ ਬਾਬੇ ਨਾਨਕ ਨੇ ਸਾਨੂੰ ਸਮਝਾਇਆ ਬਾਣੀ ਦੇ ਵਿੱਚ, ਅਸੀਂ ਉਸੇ ਤਰੀਕੇ ਦੇ ਨਾਲ ਬਾਣੀ 'ਚੋਂ ਪ੍ਰਮਾਣ ਲੈ ਕੇ ਇਸ ਚੀਜ਼ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਵੀ ਸੱਜਣ ਨੇ ਆਪਣੇ ਵਿਚਾਰ ਕੋਈ ਰੱਖਣੇ ਹੋਣ ਤੇ ਉਹ ਬੜੇ ਘੱਟ ਲਫ਼ਜ਼ਾਂ 'ਚ ਔਰ ਬੜੇ ਘੱਟ ਟਾਈਮ ਦੇ ਵਿੱਚ, ਤਾਂ ਕਿ ਸਾਰਿਆਂ ਨੂੰ ਚਾਂਸ ਮਿਲ ਜੇ। ਗੱਲ ਨੂੰ ਆਪਾਂ ਐਵੇਂ ਲਮਕਾਉਣਾ ਨਹੀਂ ਹੈ, ਬੜੇ ਘੱਟ ਲਫ਼ਜ਼ਾਂ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।